ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਰਸ਼ਕਾਂ ਦਾ ਪੰਜਾਬ ਸਟਾਰ ਅਤੇ ਸਟਾਰ ਟਾਕ ਦੇ ਵਿੱਚ ਸਵਾਗਤ ਹੈ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਹਰ ਹਫਤੇ ਅਸੀਂ ਤੁਹਾਡੇ ਲਈ ਇੱਕ ਨਵੇਂ ਵਿਸ਼ੇ 'ਤੇ ਚਰਚਾ ਕਰਦੇ ਹਾਂ ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਇਹਦੇ 'ਤੇ ਅੱਜ ਚਰਚਾ ਕਰਨੀ ਬਣਦੀ ਹੈ ਕਿਉਂਕਿ ਤਾਜ਼ੀਆਂ ਘਟਨਾਵਾਂ ਰੋਜ਼ ਵਾਪਰਦੀਆਂ ਨੇ। ਅਤੇ ਇਹ ਹੈ ਜੀ ਕੈਨੇਡੀਅਨ ਪੋਲੀਟੀਕਲ ਸਿਸਟਮ ਅਤੇ ਇੰਡੀਅਨ ਪੋਲੀਟੀਕਲ ਸਿਸਟਮ ਵੀ ਕਿਵੇਂ ਕੰਮ ਕਰਦੇ ਨੇ। ਕੈਨੇਡੀਅਨ ਪੋਲੀਟੀਕਲ ਸਿਸਟਮ ਜਦੋਂ ਵੀ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਬਹੁਤੀ ਵਾਰੀ ਇਹ ਕਿਹਾ ਜਾਂਦਾ ਵੀ ਹਾਂ ਬੜਾ ਪਾਰਦਰਸ਼ੀ ਹੈ, ਸਾਫ ਸੁਥਰਾ ਹੈ। ਅਤੇ ਜਦੋਂ ਕਿ ਦੁਨੀਆ ਦੀ ਸਭ ਤੋਂ ਵੱਡੀ ਜਿਹੜਾ ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਭਾਰਤ ਦੇ ਪੋਲੀਟੀਕਲ ਸਿਸਟਮ ਦੀ ਗੱਲ ਕੀਤੀ ਜਾਂਦੀ ਹੈ ਤਾਂ ਹਮੇਸ਼ਾ ਹੀ ਉਹਨੂੰ ਬੜਾ ਨਕਾਰਾਤਮਕ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਵੀ ਉੱਥੇ ਹਮੇਸ਼ਾ ਹੀ ਜਿਹੜੀ ਕਰਪਸ਼ਨ ਹੈ ਜੀ, ਉੱਥੇ ਪੋਲੀਟੀਸ਼ੀਅਨ ਗਲਤ ਨੇ, ਪੋਲੀਟੀਸ਼ੀਅਨ ਜਿਹੜੇ ਕਰਪਟ ਨੇ। ਸੋ ਬੜਾ ਵੱਡਾ ਫਰਕ ਹੈ ਦੋਨਾਂ ਦੇਸ਼ਾਂ ਦੇ ਜਿਹੜੇ ਪੋਲੀਟੀਕਲ ਸਿਸਟਮ 'ਤੇ। ਅਤੇ ਇਹਦੇ ਬਾਰੇ ਅੱਜ ਫਿਰ ਆਪਾਂ ਚਰਚਾ ਕਰਾਂਗੇ। ਤਾਂ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਜਿਵੇਂ ਕਿ ਹਰਕੀਰਤ ਜੀ ਮੈਂ ਤੁਹਾਨੂੰ ਆਪਾਂ ਗੱਲ ਕਰ ਰਹੇ ਸੀ, ਮੈਂ ਭੂਮਿਕਾ ਦੇ ਵਿੱਚ ਹੀ ਹੁਣ ਦੱਸਿਆ ਹੈ ਬਈ ਕੈਨੇਡੀਅਨ ਅਤੇ ਪੋਲੀਟੀਕਲ ਸਿਸਟਮ 'ਤੇ ਬੜਾ ਵੱਡਾ ਫਰਕ ਹੈ। ਤੁਸੀਂ ਆਪਣੇ ਪਹਿਲਾਂ 'ਤੇ ਵਿਚਾਰ ਦਿਓ ਵੀ ਤੁਸੀਂ ਕੀ ਸਮਝਦੇ ਹੋ ਵੀ ਕਿਸ ਤਰ੍ਹਾਂ ਇਹ ਸਾਰਾ ਕੁਛ ਚੱਲਦਾ ਹੈ। ਸਿਮਰਤ ਜੀ, ਦੇਖੋ, ਜਦ ਵੀ ਕੋਈ ਚੀਜ਼ ਨਵੀਂ ਹੁੰਦੀ ਹੈ, ਕੋਈ ਚੀਜ਼ ਪੁਰਾਣੀ ਹੁੰਦੀ ਹੈ, ਜਦ ਪੁਰਾਣੀ ਤੋਂ ਕੋਈ ਚੀਜ਼ ਨਵੀਂ ਬਣਦੀ ਹੈ ਤਾਂ ਉਹਦੇ 'ਚ ਆਪਾਂ ਸੁਧਾਰ ਲਿਆ ਕੇ ਉਸ ਚੀਜ਼ ਨੂੰ ਆਜ਼ਾਦ ਹੁੰਦਾ ਉਸ ਚੀਜ਼ ਵਿੱਚੋਂ। ਜਾਂ ਕਿਸੇ ਪੁਰਾਣੀ ਸਪੋਜ਼ ਆਪਾਂ ਇੱਕ ਗੱਲ ਕਰ ਲਈਏ ਕਿ ਇੱਕ ਮਸ਼ੀਨਰੀ ਹੈ, ਉਹ ਜਿਉਂ ਆਪਾਂ ਦੇ ਨਵੇਂ ਵਰਜ਼ਨਸ ਆਈ ਜਾਂਦੇ ਨੇ ਤਾਂ ਉਹਦੇ 'ਚ ਆਪਾਂ ਸੁਧਾਰ ਕਰਕੇ ਨਵੇਂ ਉਹਦੇ ਵਰਜ਼ਨਸ ਲੈ ਕੇ ਆਉਂਦੇ ਰਹਿੰਦੇ ਹਾਂ। ਜਿਹੜੀਆਂ ਉਹ 'ਚ ਤਰੁੱਟੀਆਂ ਹੁੰਦੀਆਂ ਨੇ, ਜੋ 'ਚ ਮਿਸਟੇਕਸ ਹੋਈਆਂ ਹੁੰਦੀਆਂ ਨੇ, ਜਿਹੜੀਆਂ ਜੋ ਸਿਸਟਮ 'ਚ ਖਾਮੀਆਂ ਹੁੰਦੀਆਂ ਨੇ, ਉਹ ਆਪਾਂ ਖਾਮੀਆਂ ਨੂੰ ਦੂਰ ਕਰਦੇ ਰਹਿੰਦੇ ਹਾਂ ਔਰ ਉਹ ਨਵੀਂ ਚੀਜ਼ ਆਪਾਂ ਲਿਆਉਂਦੇ ਰਹਿੰਦੇ ਹਾਂ ਉਸ ਚੀਜ਼ ਦੇ ਵਿੱਚ। ਸੋ ਕੈਨੇਡਾ ਤਾਂ 150 ਸਾਲ ਪੁਰਾਣਾ, ਇਹ ਤਾਂ ਬੋਰਨ ਹੀ 150 ਸਾਲ ਪੁਰਾਣਾ ਹੋਇਆ। ਸੋ ਅਸੀਂ ਤਾਂ ਜੇ ਆਪਾਂ ਇੰਡੀਆ ਦੇ ਮੁਕਾਬਲੇ ਆਪਾਂ ਗੱਲ ਕਰੀਏ, ਜਿਹੜੇ ਵੀ ਥਰਡ ਵਰਲਡ ਕੰਟਰੀਜ਼ ਹੈ ਨੇ, ਉਹ ਇੱਕ ਸਬ ਕੰਟੀਨੈਂਟ ਸੇ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਸਾਰਾ ਮਿਲਾ ਕੇ ਗੱਲ ਕਰੀਏ ਤਾਂ ਅਸੀਂ ਤਾਂ ਬੱਚੇ ਤੋਂ ਵੀ ਸ਼ਾਇਦ ਛੋਟੇ ਹੋਈਏ ਐਜ਼ ਅ ਕੰਟਰੀ, ਰਾਈਟ। ਸੋ ਉਹ ਸਿਸਟਮ ਦੇ ਵਿੱਚ ਜਿਹੜੀਆਂ ਤਰੁੱਟੀਆਂ ਆਉਂਦੀਆਂ ਰਹਿਣਗੀਆਂ ਜਾਂ ਉਹਨਾਂ ਨੂੰ ਕੱਢਣਾ, ਉਹਨਾਂ ਨੂੰ ਸਿਸਟਮ ਨੂੰ ਆਪਾਂ ਖੰਗਾਲ ਕੇ ਉਹਦੇ 'ਚ ਜਿਹੜਾ ਆਪਾਂ ਕਹੀਏ ਵੀ ਜਿਵੇਂ ਛਾੜ ਕੇ ਉਹਨੂੰ ਗੰਦ ਨੀਚੇ ਕੱਢ ਦੇਣਾ ਅਤੇ ਸਾਫ਼ ਉੱਤੇ ਲੈ ਕੇ ਆਉਣਾ, ਉਹਦੀ ਲੋੜ ਹੈ ਉਸ ਸਿਸਟਮ ਦੇ ਵਿੱਚ ਇੱਕ। ਅਤੇ ਜਿਹੜਾ ਕੈਨੇਡਾ ਇਹ ਬਣਿਆ ਹੀ ਨਵੇਂ ਸਿਸਟਮ ਦੇ ਆਧਾਰ ਦੇ ਉੱਪਰ ਹੈ। ਇਹਦੇ 'ਚ ਜਿਹੜੀਆਂ ਹਜੇ ਤਰੁੱਟੀਆਂ ਆਉਣੀਆਂ ਨੇ ਉਹ ਸ਼ਾਇਦ 100 ਸਾਲ ਬਾਅਦ ਜਾਂ ਟਾਈਮ ਪਾ ਕੇ ਉਹ ਚੀਜ਼ਾਂ ਆਉਂਦੀਆਂ ਨੇ। ਕਹਿੰਦਾ ਖੜਾ ਪਾਣੀ ਤਾਂ ਵੈਸੇ ਹੀ ਗੰਦਾ ਹੋ ਜਾਂਦਾ ਹੈ, ਸੋ ਪਾਣੀ ਨੂੰ ਵਹਿੰਦੇ ਰਹਿਣਾ ਚਾਹੀਦਾ ਹੈ ਉਸ ਚੀਜ਼ ਦੇ ਵਿੱਚ। ਸੋ ਜਦ ਇਹ ਸਿਸਟਮ ਜਿਹੜਾ ਹੈ ਇਹਨੂੰ ਆਪਾਂ ਓਵਰਹਾਲਿੰਗ ਕਰਦੇ ਰਹਾਂਗੇ ਤਾਂ ਇੱਥੇ ਵੀ ਚੀਜ਼ ਵਧੀਆ ਰਹਿਣਗੀਆਂ। ਪਰ ਜਿਹੜੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮੌਕਾ ਮਿਲਦਾ ਇਸ ਚੀਜ਼ ਦਾ ਕਿ ਹੌਲੀ ਹੌਲੀ ਉਹਦੇ 'ਚੋਂ ਜਿਹੜਾ ਗੰਦਲਾ ਬਣ ਦੇਖਣ ਨੂੰ ਮਿਲ ਰਿਹਾ ਹੈ। ਅੱਛਾ, ਤੁਸੀਂ ਗੱਲ ਕਰ ਰਹੇ ਸੀ ਵੀ ਭਾਰਤ ਦੀ ਵੀ ਕੈਨੇਡਾ ਨੂੰ 150 ਸਾਲ ਹੋ ਗਿਆ ਅਤੇ ਭਾਰਤ ਉਸ ਹਿਸਾਬ ਨਾਲ ਹਜੇ ਆਪਾਂ ਕਹਿੰਦੇ ਵੀ ਬੱਚਾ ਹੀ ਹੈ। ਅਤੇ ਜਿਹੜਾ ਭਾਰਤ ਦਾ ਪੋਲੀਟੀਕਲ ਸਿਸਟਮ ਇੰਨਾ ਗੰਦਲਾ ਹੈ, ਤੁਸੀਂ ਕੀ ਸਮਝਦੇ ਹੋ ਵੀ ਜਿਵੇਂ ਪਹਿਲਾਂ ਉੱਥੇ ਰਜਵਾੜੇ ਹੁੰਦੇ ਸੀਗੇ, ਜਿਹੜੇ ਵੱਡੇ ਉੱਥੇ ਆਪਣੇ ਰਾਜ ਕਰਦੇ ਸੀ, ਕਿਉਂਕਿ ਉਹ ਇੱਕ ਤਰ੍ਹਾਂ ਦੇ ਇੱਕ ਬੰਦੇ ਦੇ ਹੱਥ ਵਿੱਚ ਪਾਵਰ ਹੁੰਦੀ ਸੀ, ਉਹਦਾ ਵੀ ਹੱਥ ਜਿਹੜਾ ਭਾਰਤ ਦੀ ਪੋਲੀਟੀਕਲ ਸਿਸਟਮ ਦੇ ਗੰਦਲੇਪਣ ਦਾ। ਦੇਖੋ ਸਿਮਰਤ ਜੀ, ਮੈਂ ਹਮੇਸ਼ਾ ਇਹ ਗੱਲ ਸ਼ਾਇਦ ਹਿਸਟੋਰੀਕਲ ਜਦ ਮੈਂ ਚੀਜ਼ਾਂ ਪੜ੍ਹਦਾ ਜਾਂ ਮੇਰਾ ਸਬਜੈਕਟ ਸੀ, ਮੈਂ ਪੜ੍ਹਿਆ ਕਾਫੀ ਜ਼ਿਆਦਾ ਡਿਟੇਲਸ ਏਂਸ਼ੀਅੰਟ ਹਿਸਟਰੀ ਤੋਂ ਲੈ ਕੇ ਮਿਡੀਵਲ ਤੋਂ ਬਾਅਦ ਫਿਰ ਮਾਡਰਨ ਹਿਸਟਰੀ, ਜਿਹੜੇ ਖਾਸ ਕਰਕੇ ਜਿਹੜੇ ਅਥਾਰਟੀਜ਼ ਹੋਈਆਂ ਨੇ, ਇਹ ਅਲਬਸਮ ਹੈ, ਬਰਮੀਲਾ ਥਾਪਰ ਨੇ, ਇਹਨਾਂ ਨੂੰ ਸਭ ਨੂੰ ਮੈਂ ਕਾਫੀ ਡਿਟੇਲ ਵਿੱਚ ਪੜ੍ਹਿਆ। ਠੀਕ ਹੈ। ਸੋ ਮੈਂ ਇੱਕ ਚੀਜ਼ ਦੇਖਦਾ ਆਇਆ ਕਿ ਜੇ ਸਾਡੇ 'ਤੇ ਪਹਿਲਾਂ ਅੱਜ ਤੋਂ 2000 ਸਾਲ ਪਹਿਲਾਂ ਜਾਂ ਅੱਜ ਤੋਂ 1500 ਸਾਲ ਪਹਿਲਾਂ ਕਿਸ ਨੇ ਰਾਜ ਕੀਤਾ ਤਾਂ ਵੀ ਸਾਡੇ 'ਚ ਸਾਡੀਆਂ ਖਾਮੀਆਂ ਸੀ, ਇਨ ਦਾ ਸੈਂਸ ਉਸ ਸਿਸਟਮ ਦੀ ਖਾਮੀਆਂ ਸੀ। ਫਿਰ ਜਦ ਸੈਂਟਰਲ ਏਸ਼ੀਆ ਤੋਂ ਇਨਵੇਡਰਸ ਆਉਣੇ ਸ਼ੁਰੂ ਹੋਏ, ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਮੁਗਲ ਸੀ, ਅਤੇ ਉਹਨਾਂ ਨੂੰ ਵੀ ਐਸਟੈਬਲਿਸ਼ ਕਰਨ ਵਿੱਚ ਕਿਤੇ ਨਾ ਕਿਤੇ ਪੋਲੀਟੀਕਲ ਸਿਸਟਮ ਦੇ ਵਿੱਚ ਖਲਲ ਸੀ, ਪੋਲੀਟੀਕਲ ਸਿਸਟਮ ਵਿੱਚ ਕੋਈ ਪ੍ਰੋਬਲਮ ਸੀ। ਤਾਂ ਹੀ ਉਹ ਇੱਕ ਬਾਹਰਲਾ ਬੰਦਾ ਆ ਕੇ ਨਹੀਂ, ਇੰਨੀ ਹਿੰਮਤ ਨਹੀਂ ਹੁੰਦੀ, ਨਹੀਂ ਇੰਨਾ ਕੋਈ ਉਹਨਾਂ ਕੋਲ ਫੈਸਿਲਿਟੀਜ਼ ਨਹੀਂ ਹੁੰਦੀਆਂ ਹੈਗੀਆਂ, ਇੰਨਾ ਉਹਨਾਂ ਕੋਲ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ ਕਿ ਜਿਹੜੀਆਂ ਇੱਕ ਹੋਰ ਕੰਟਰੀ 'ਚ ਆ ਕੇ ਉਹ ਰਾਜ ਕਰਨ ਉੱਥੇ, ਜਦ ਤੱਕ ਕਿ ਉੱਥੇ ਦਾ ਕੋਈ ਸਿਸਟਮ ਦੇ ਵਿੱਚ ਬਹੁਤ ਤਗੜਾ ਫਲॉ ਨਾ ਹੋਵੇ। ਸੋ ਉਹ ਫਲॉ ਜਿਹੜਾ ਹੈ ਉਹ ਚੱਲਦਾ ਆ ਰਿਹਾ, ਉਹਨੂੰ ਅਸੀਂ ਇੰਨੇ 100 ਸਾਲਾਂ ਤੋਂ ਬਾਅਦ ਵੀ ਕੱਢਿਆ ਨਹੀਂ ਹੈ। ਦੇਖੋ, ਪਹਿਲਾਂ ਮੁਗਲ ਆਏ, ਮੁਗਲ ਤੋਂ ਬਾਅਦ ਫਿਰ ਜਦ ਅੰਗਰੇਜ਼ ਆਏ ਉੱਥੇ ਉਹਨਾਂ ਨੇ ਰਾਜ ਕਰਨਾ ਸ਼ੁਰੂ ਕੀਤਾ। 250 ਸਾਲ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਉੱਥੇ ਹੈ ਸੀ।
ਸੋ ਇਹ ਸਾਰੀਆਂ ਚੀਜ਼ਾਂ ਤੋਂ ਵੀ ਅਸੀਂ ਸਿੱਖਿਆ ਨਹੀਂ, ਅਸੀਂ ਉਹਨੂੰ ਉਦਾਂ ਹੀ ਜਿਹੜੇ ਸਿਸਟਮ ਨੂੰ ਫਲੋ ਚੱਲਦੇ ਰਹਿਣ ਦਿੱਤਾ ਹੈ। ਹੁਣ ਇੱਥੇ ਆਪਾਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਬਾਹਰ ਮੁਗਲਾਂ ਤੋਂ ਬਾਅਦ ਜਦੋਂ ਗੋਰਿਆਂ ਨੇ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਰਾਜ ਸੰਭਾਲਿਆ ਤੇ ਉਸ ਤੋਂ ਬਾਅਦ ਹੁਣ ਗੋਰਿਆਂ ਦਾ ਜਿਹੜਾ ਰਾਜ ਹਮੇਸ਼ਾ ਹੀ, ਅੱਜ ਵੀ ਆਪਾਂ ਕਿਸੇ ਪੁਰਾਣੇ ਬਜ਼ੁਰਗ ਨਾਲ ਗੱਲ ਕਰੀਏ ਉਦੋਂ ਕਹਿੰਦੇ ਨਹੀਂ ਜੀ ਗੋਰਿਆਂ ਦਾ ਰਾਜ ਬੜਾ ਵਧੀਆ ਸੀ। ਉਸ ਤੋਂ ਬਾਅਦ ਆਪਣੇ ਲੋਕਾਂ ਨੇ ਜਦੋਂ ਰਾਜ ਸਾਂਭਿਆ ਤੇ ਉਹ ਕਹਿੰਦੇ ਜੀ ਹੁਣ ਵੀ ਚਿੱਟੇ ਗੋਰੇ ਚਲੇ ਗਏ ਤੇ ਭੂਰੇ ਗੋਰੇ ਆ ਗਏ। ਮਤਲਬ ਉਹਨਾਂ ਦੇ ਵਿੱਚ ਫਰਕ ਨਹੀਂ ਸਮਝਦੇ ਲੋਕ ਵੀ ਹਾਂ ਇਹਨਾਂ 'ਚ ਫਰਕ ਸੀਗਾ, ਕਿਉਂਕਿ ਜਿਹੜਾ ਅਖਲਾਕ ਪਹਿਲਾਂ, ਕਿਉਂਕਿ ਗੋਰੇ ਤਾਂ ਬਾਹਰਲੇ ਲੋਕ ਦੇਸ਼ ਤੋਂ ਆਏ ਸੀ, ਕੁਦਰਤੀ ਗੱਲ ਹੈ ਉਹਨਾਂ ਨੇ ਜਿਹੜੇ ਭਾਰਤ ਦੇ ਸਿਟੀਜ਼ਨ ਸੀ ਉਹਨਾਂ ਨੂੰ ਤਾਂ ਦੂਜੇ ਦਰਜੇ ਦੇ ਸਿਟੀਜ਼ਨ ਸਮਝਣਾ ਸੀ, ਪਰ ਜਿਹੜੇ ਇੱਥੇ ਦੇ ਪੋਲੀਟੀਸ਼ੀਅਨ ਸੀ ਉਹ ਵੀ ਉਸੇ ਤਰ੍ਹਾਂ ਤੇ ਹੀ ਕੰਮ ਕਰਦੇ ਰਹੇ ਜਿਵੇਂ ਗੋਰੇ ਕਰਦੇ ਆ। ਦੇਖੋ ਪਤਾ ਕੀ ਹੈ ਸਿਮਰਤ ਜੀ, ਕਰਦੇ ਆ ਜੇ ਤੁਸੀਂ ਥੋੜਾ ਜਿਹਾ ਇਹਨੂੰ ਹੋਰ ਵਿੱਚ ਡੂੰਘਾ ਵੜੋਗੇ ਤਾਂ ਤੁਸੀਂ ਧਿਆਨ ਦੇਖੋਗੇ ਕਿ ਜੇ ਗੋਰੇ ਜਿਹੜੇ ਰਾਜ ਕੀਤਾ ਜਿਨ੍ਹਾਂ ਨੇ, ਉਹਨਾਂ ਨੇ ਇੰਗਲੈਂਡ ਤੋਂ ਯੂਰਪੀਅਨ ਸਿਸਟਮ ਦੇ ਹਿਸਾਬ ਨਾਲ ਰਾਜ ਕੀਤਾ, ਠੀਕ ਹੈ ਨਾ। ਪਰ ਉਹ ਇੱਕ ਚੀਜ਼ ਸੀ ਕਿ ਉਹ ਖੁਦ ਤਾਂ ਸਾਰਾ ਕੁਝ ਜਿਹੜਾ ਸਿਸਟਮ ਸੀ ਉਹ ਹਮੇਸ਼ਾ ਹੀ ਯੂਰਪੀਅਨ ਸਿਸਟਮ ਨਾਲ ਚੱਲਦੇ ਸੀ। ਪੋਲੀਟੀਕਲ ਸਿਸਟਮ ਸੀ, ਜਾਂ ਉਹ ਜਿਹੜੀ ਉਹਨਾਂ ਦੇ ਮਕੈਨੀਕਲ ਕ੍ਰਾਂਤੀ ਲਿਆਂਦੀ ਉਹਨਾਂ ਨੇ ਇੰਡੀਆ ਦੇ ਵਿੱਚ, ਠੀਕ ਹੈ ਨਾ। ਲੇਕਿਨ ਜਿਹੜੀ ਆਮ ਜਨਤਾ ਸੀ ਉਹ ਹਮੇਸ਼ਾ ਹੀ ਉਸ ਤਰ੍ਹਾਂ ਹੀ ਜਿੰਦੀ ਸੀ ਜੋ ਪਹਿਲਾਂ 200 ਸਾਲ ਪਹਿਲਾਂ ਜਿੰਦੇ ਰਹੇ ਸੀ। ਮਤਲਬ ਉਹਦੇ ਦੀ ਬਿਹਤਰੀ ਲਈ ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਬਿਹਤਰੀ ਲਈ ਜ਼ਰੂਰ ਕੀਤਾ, ਉਹਨਾਂ ਨੇ ਸਿਸਟਮ ਆਲ ਓਵਰ ਬਿਹਤਰੀ ਲਈ ਕੀਤਾ, ਲੇਕਿਨ ਉਹਦੇ 'ਚ ਉਹ ਹਮੇਸ਼ਾ ਹੀ ਦੇਖਦੇ ਸੀ ਕਿ ਉਹਦਾ ਆਪਣਾ ਫਾਇਦਾ ਕਿੱਥੇ ਹੋਵੇ। ਸੋ ਲੇਕਿਨ ਜਦ ਆਪਣਾ ਫਾਇਦਾ ਮੀਨਸ ਇੰਗਲੈਂਡ ਦਾ ਫਾਇਦਾ ਕਿੱਥੇ ਹੋਵੇ, ਜਾਂ ਉਹਨਾਂ ਦੀ ਕੰਪਨੀ ਦਾ ਜਿਹੜੀ ਕੰਪਨੀ ਸੀ ਉਹ ਤੋਂ ਬਾਅਦ ਕੋਈ ਦਾ ਫਾਇਦਾ ਕਿੱਥੇ ਹੋਵੇ। ਲੇਕਿਨ ਜਦ ਫਿਰ ਭਾਰਤ ਆਜ਼ਾਦ ਹੋ ਗਿਆ, ਉਸ ਤੋਂ ਬਾਅਦ ਜਦ ਆਪਣੇ ਲੋਕ ਖੁਦ ਆਪਣਾ ਰਾਜ ਕਰਨ ਲੱਗੇ, ਸਵੈ ਰਾਜ ਹੋਣ ਕਰਨ ਲੱਗੇ ਉਹ, ਤਾਂ ਉਹਨਾਂ ਨੇ ਤਾਂ ਆਪਣਾ ਹੀ ਫਾਇਦਾ ਦੇਖਿਆ ਐਜ਼ ਅ ਇੰਡੀਵਿਜੂਅਲ। ਸੋ ਨਾਓ ਦੇयर ਡਿਫਰੈਂਸ ਬਿਟਵੀਨ, ਇੱਕ ਤੁਸੀਂ ਦੇਸ਼ ਦਾ ਫਾਇਦਾ ਦੇਖ ਰਹੇ ਹੋ, ਭਾਵੇਂ ਦੂਜੇ ਦੇਸ਼ ਦਾ ਫਾਇਦਾ ਦੇਖ ਰਹੇ ਹੋ, ਇੱਕ ਤੁਸੀਂ ਇੰਡੀਵਿਜੂਅਲ ਆਪਣੇ ਪਰਸਨਲ ਫਾਇਦਾ ਦੇਖ ਰਹੇ ਹੋ। ਸੋ ਹੁਣ ਤੱਕ ਜਿਹੜਾ ਕੁਝ ਪਿਛਲੇ 70 ਸਾਲਾਂ ਤੋਂ ਚੱਲ ਰਿਹਾ, 74 ਸਾਲਾਂ ਤੋਂ, ਉਹ ਇੰਡੀਵਿਜੂਅਲ ਫਾਇਦਾ ਦੇ ਹਿਸਾਬ ਨਾਲ ਚੱਲ ਰਿਹਾ। ਉਹੀ ਗੱਲ ਹੈ ਨਾ ਵੀ ਹੁਣ ਜਿਹੜੇ ਭਾਰਤ ਜਦੋਂ ਆਜ਼ਾਦ ਹੋਇਆ, ਆਜ਼ਾਦੀ ਤੋਂ ਬਾਅਦ ਜਿਹੜੇ ਉੱਥੇ ਜਿਨ੍ਹਾਂ ਨੇ ਸੱਤਾ ਸੰਭਾਲੀ, ਉਹ ਅਖਲਾਕੀ ਤੌਰ ਤੇ ਉਹਨਾਂ ਦੇ ਵਿੱਚ ਸੁਧਾਰ ਆਉਣ ਦੀ ਜਗ੍ਹਾ ਲਗਾਤਾਰ ਅਗਲੇ ਆਉਣ ਵਾਲੇ 74 ਸਾਲਾਂ ਤੱਕ ਉਹਨਾਂ ਵਿੱਚ ਨਿਗਾਰ ਹੀ ਆਉਂਦਾ ਗਿਆ। ਦੇਖੋ ਜਿੱਦਾਂ ਤੋਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਆਪਾਂ ਕੋਈ ਨਵੀਂ ਮਸ਼ੀਨਰੀ ਲੈਂਦੇ ਹਾਂ, ਜਦੋਂ ਉਹਦੇ ਵਿੱਚ ਕੋਈ ਤਰੁੱਟੀਆਂ ਹੁੰਦੀਆਂ ਨੇ, ਆਪਾਂ ਹੌਲੀ ਹੌਲੀ ਉਹਦੇ 'ਚ ਮੋਡੀਫਿਕੇਸ਼ਨ ਕਰਕੇ ਉਹਨੂੰ ਸੁਧਾਰਦੇ ਹਾਂ। ਪਰ ਮੇਰਾ ਖਿਆਲ ਹੈ ਜਿਹੜਾ ਭਾਰਤੀ ਪੋਲੀਟੀਕਲ ਸਿਸਟਮ ਹੈ ਉਹ ਸੁਧਰਨ ਦੀ ਜਗ੍ਹਾ ਵਿਗੜਦਾ ਜਾ ਰਿਹਾ। ਦੇਖੋ ਉਹ ਇਸ ਕਰਕੇ ਗੱਲ ਹੈ ਕਿ ਅਸੀਂ ਆਪਣੀ ਸਭ ਤੋਂ ਪਹਿਲਾਂ ਐਥਿਕਸ ਔਰ ਮੋਰਲਸ ਨੂੰ ਉਹਦਾ ਕੋਈ ਵੈਲਿਊ ਨਹੀਂ ਰੱਖ ਰਹੇ, ਨਾ ਹੀ ਉੱਥੇ ਉਸ ਚੀਜ਼ ਦੀ ਕੋਈ ਸਟੱਡੀ ਕੀਤੀ ਜਾਂਦੀ ਹੈ, ਨਾ ਹੀ ਅਸੀਂ ਇਹ ਗੱਲ ਕਹਿੰਦੇ ਕਿ ਸਾਡਾ ਰਿਚ ਕਲਚਰ ਸੀ, ਸਾਡਾ ਬਹੁਤ ਜ਼ਿਆਦਾ ਜਿਹੜਾ ਪਿਛੋਕੜ ਸੀ, ਸਾਡਾ ਰਿਸ਼ੀਆਂ ਮੁਨੀਆਂ। ਪਰ ਮੈਂ ਇਹ ਕੁਐਸਚਨ ਇਹ ਕਰਦਾ ਕਿ ਅਸੀਂ ਸਿੱਖਿਆ ਕੀ ਹੈ ਉੱਥੋਂ। ਅਸੀਂ ਕੁਝ ਸਿੱਖਿਆ ਵੀ ਹੈ, ਸਾਡੇ ਧਰਮ ਗ੍ਰੰਥ ਇੰਨੇ ਨੇ, ਹਜ਼ਾਰਾਂ ਧਰਮ ਗ੍ਰੰਥ ਨੇ, ਹਜ਼ਾਰਾਂ ਵੇਦ ਨੇ, ਸਾਰਾ ਇੰਨਾ ਕੁਝ ਹੈ, ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਤੋਂ ਸਿੱਖਿਆ ਕੀ ਹੈ, ਉਹ ਸਿੱਖਿਆ ਕੀ ਲੈ ਰਹੇ ਹਾਂ ਅਸੀਂ ਉਹਨਾਂ ਤੋਂ। ਸਾਡੇ ਇੰਨੇ, ਮੈਂ ਕਹਿੰਦਾ ਸ਼ਾਇਦ ਜਿੰਨੇ ਇੰਡੀਆ ਵਿੱਚ ਗੁਰੂ ਹੋਏ ਨੇ, ਜਾਂ ਇਹਨੇ ਇੰਡੀਆ ਵਿੱਚ ਕੋਈ ਰਿਸ਼ੀ ਮੁਨੀ ਹੋਏ ਨੇ, ਜਾਂ ਭਗਤ ਪੈਦਾ ਹੋਏ ਨੇ, ਸਾਰੇ ਹੋਏ ਨੇ, ਹੋਰ ਸ਼ਾਇਦ ਵਰਲਡ 'ਚ ਕਿਤੇ ਨਹੀਂ ਹੋਏ। ਬਿਲਕੁਲ, ਨਾਲੇ ਕਿਹਾ ਹੀ ਜਾਂਦਾ ਜੀ ਪੀਰਾਂ ਫਕੀਰਾਂ ਤੇ ਭਗਤਾਂ ਦੀ, ਗੁਰੂਆਂ ਦੀ ਧਰਤੀ ਆ ਹਿੰਦੁਸਤਾਨ। ਸੋ ਜੇ ਪੀਰਾਂ ਫਕੀਰਾਂ ਦੀ ਧਰਤੀ ਹੋਣ ਦੇ ਬਾਵਜੂਦ ਵੀ ਇਹ ਹਾਲ ਹੈ, ਤਾਂ ਜੇ ਨਾ ਹੁੰਦੇ ਫਿਰ ਤਾਂ ਕਿਸ ਤਰ੍ਹਾਂ ਦੇ ਹਾਲਾਤ ਹੋਣੇ। ਬਿਲਕੁਲ। ਹਾਂਜੀ, ਮੈਂ ਹੁਣ ਥੋੜਾ ਜਿਹਾ ਨਿਗਾਹ ਮਾਰੀ, ਜੇ ਆਪਾਂ ਸਕੈਮਸ ਦੀ ਗੱਲ ਕਰੀਏ ਉੱਥੇ, ਜਾਂ ਉੱਥੇ ਆਪਾਂ ਪੋਲੀਟੀਕਲ ਨਿਗਾਰ ਦੀ ਗੱਲ ਕਰੀਏ, ਪੋਲੀਟੀਕਲ ਆਪਾਂ ਕਰਪਸ਼ਨ ਦੀ ਗੱਲ ਕਰੀਏ, ਤਾਂ ਉੱਥੇ ਕਈ ਸਕੈਮਸ ਹੋਏ ਨੇ ਪਿਛਲੇ ਮਤਲਬ 20-25 ਸਾਲਾਂ ਦੀ ਹੀ ਗੱਲ ਕਰ ਲਓ, ਜਾਂ 30 ਸਾਲਾਂ ਦੀ ਗੱਲ ਕਰ ਲਓ। ਤੇ ਉਹਨਾਂ 'ਚ ਇੱਕ ਅਭਿਸ਼ੇਕ ਵਰਮਾ ਦਾ ਸਕੈਮ 2006 ਵਿੱਚ ਇਹ ਆਇਆ ਸੀ, ਤਾਂ ਉਹ 4.5 ਬਿਲੀਅਨ ਡਾਲਰ ਦਾ ਸਕੈਮ ਸੀ। ਉਹ ਆਰਮਸ ਡੀਲ ਨਾਲ ਰਿਲੇਟ ਕਰਦਾ ਸੀ। ਉਸ ਤੋਂ ਬਾਅਦ ਤਿਲਗੀ ਸਕੈਮ ਆਇਆ ਜਿਹੜਾ ਸਟੈਂਪ ਪੇਪਰ ਦਾ ਸਕੈਮ ਸੀ, ਇਟ ਵਾਜ਼ ਆਲਸੋ ਵਨ ਆਫ ਦਾ ਬਿਗੇਸਟ ਸਕੈਮ ਜਿਹੜਾ ਘੁਟਾਲਾ ਹੋਇਆ ਸੀ। ਫਿਰ ਕੋਲਗੇਟ ਸਕੈਮ ਆਇਆ ਜਿਹੜਾ 10 ਲੱਖ ਕਰੋੜ ਦਾ ਸਕੈਮ ਸੀ, ਜਿਹਦੇ 'ਚ ਸਾਰੇ ਪੋਲੀਟੀਕਲ ਲੀਡਰਸ, ਬਹੁਤ ਵੱਡੀਆਂ ਹਸਤੀਆਂ, ਜਿਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਨਾਮ ਵੀ ਆਇਆ ਸੀ। ਹਾਂਜੀ। ਉਸ ਤੋਂ ਬਾਅਦ 2G ਸਕੈਮ ਆਇਆ ਜਿਹੜਾ 1.76 ਟ੍ਰਿਲੀਅਨ ਰੁਪੀਸ ਦਾ ਜਿਹੜਾ ਸਕੈਮ ਸੀ। ਹਾਂਜੀ। ਉਹਦੇ ਵਿੱਚ ਵੀ ਤਕਰੀਬਨ ਗਵਰਨਮੈਂਟ ਦੇ ਸਾਰੇ ਬੰਦੇ ਇਨਵੋਲਵ ਹੋਏ ਸੀ। ਫਿਰ ਕਾਮਨਵੈਲਥ ਦਾ ਸਕੈਮ ਆਇਆ ਜਿਹੜਾ ਕਾਮਨਵੈਲਥ ਗੇਮਸ ਹੋਈਆਂ ਸੀ, ਉਹਦੇ 'ਚ ਕਲਾਮਾਦੀ ਕਰਕੇ ਇੱਕ ਸ਼ਖਸੀ ਜਿਹੜਾ ਜਿਹਨੇ 70,000 ਕਰੋੜ ਦਾ
ਜਿਹੜਾ ਸਕੈਮ ਇਕੱਲੇ ਨੇ ਉਹਨੇ ਕੀਤਾ ਹੋਣਾ, ਜਦ ਤੱਕ ਕੋਈ ਸਿਸਟਮ ਨਾਲ ਮਿਲ ਕੀਤਾ ਹੈਗਾ। ਤੇ ਫਿਰ ਸਤਿਅਮ ਸਕੈਮ ਆਇਆ ਜਿਹੜਾ ਕਿ 14,000 ਕਰੋੜ ਦਾ 2009 ਦੇ। ਸੋ ਇਹ ਮੈਂ ਕੁਝ ਜਿਹੜੇ ਗਿਣੇ ਨੇ, ਜੇ ਆਪਾਂ ਇਹਨੂੰ ਗੱਲ ਕਰੀਏ, ਮੈਂ ਸਿਰਫ ਇਸ ਕਰਕੇ ਨਹੀਂ ਦੱਸ ਰਿਹਾ ਕਿ ਮੈਂ ਕੋਈ ਗੱਲ ਕਿ ਮੈਂ ਸਕੈਮ ਬਾਰੇ ਦੱਸਣਾ ਚਾਹੁੰਦਾ, ਮੈਂ ਸਿਰਫ ਇਸ ਕਰਕੇ ਦੱਸ ਰਿਹਾ ਕਿ ਅਸੀਂ ਇਹ ਸਭ ਦੀਆਂ ਗਲਤੀਆਂ ਤੋਂ ਬਾਵਜੂਦ ਵੀ ਅਸੀਂ ਸਿੱਖੇ ਨਹੀਂ ਹੈ। ਅਸੀਂ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਇਸ ਸਿਸਟਮ ਨੂੰ ਸੁਧਾਰੀਏ। ਅਸੀਂ ਅੱਜ ਵੀ ਲਕੀਰ ਦੇ ਫਕੀਰ ਬਣੇ ਹੋਏ ਹਾਂ ਉਸ ਜਗ੍ਹਾ ਦੇ ਸਿਸਟਮ ਦੇ ਵਿੱਚ। ਤਾਂ ਹੀ ਸ਼ਾਇਦ ਜਦ ਅੱਜ ਵੀ ਮੈਂ ਮੈਨੂੰ ਬਹੁਤ ਜ਼ਿਆਦਾ ਮੌਕਾ ਮਿਲਦਾ, ਮੈਂ ਇੰਡੀਆ ਦੇ ਕਈ ਲੋਕਾਂ ਨਾਲ ਗੱਲ ਕਰਦਾ, ਪੰਜਾਬ ਵਿੱਚ ਵੀ ਆਪਣੇ ਕਈ ਲੋਕਾਂ ਨਾਲ ਗੱਲ ਕਰਦਾ, ਤਾਂ ਉਹ ਸਾਰੇ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਨੇ, ਤੁਸੀਂ ਤਾਂ ਜੀ ਵਧੀਆ ਬੈਠੇ ਹੋ, ਤੁਸੀਂ ਤਾਂ ਜੀ ਚੰਗੇ ਬੈਠੇ ਹੋ, ਆਪਾਂ ਵੀ ਉੱਥੋਂ ਹੀ ਆਏ ਆ। ਔਰ ਜਦ ਅਸੀਂ ਉੱਥੋਂ ਸੀ ਇੰਨਾ ਮਾੜਾ ਹਾਲਾਤ ਨਹੀਂ ਸੀ, ਜਦ ਕਿ ਸ਼ਾਇਦ ਸਾਨੂੰ ਦੂਰੋਂ ਦੇਖ ਕੇ ਜ਼ਿਆਦਾ ਮਾੜਾ ਲੱਗਦਾ ਜਾਂ ਉੱਥੇ ਵਿੱਚ ਰਹਿ ਕੇ ਮਾੜਾ ਲੱਗਦਾ। ਮੈਨੂੰ ਇਸ ਚੀਜ਼ ਦਾ ਬੜਾ ਸਮਝ ਨਹੀਂ ਆਉਂਦੀ ਕਈ ਚੀਜ਼ ਇਸ ਗੱਲ ਬਾਰੇ। ਦੇਖੋ ਹੁਣ ਜਿਹੜੇ ਉੱਥੇ ਦੇ ਪੋਲੀਟੀਕਲ ਲੀਡਰ ਨੇ ਹਰ ਸਾਲ, ਕਿਉਂਕਿ ਹੁਣ ਤਾਂ ਚਲੋ ਕੋਵਿਡ ਹੈ, ਇਸ ਸਾਲ ਤਾਂ ਇਸ ਤਰ੍ਹਾਂ ਦੀ ਕੋਈ ਦੇਖਣ ਨੂੰ ਨਹੀਂ ਮਿਲੀ, ਹਰ ਸਾਲ ਬਾਹਰਲੇ ਮੁਲਕਾਂ ਵਿੱਚ ਆਉਂਦੇ ਨੇ ਤੇ ਇੱਥੇ ਆ ਕੇ ਗੱਲ ਵੀ ਇਹ ਕਰਦੇ ਨੇ ਵੀ ਅਸੀਂ ਇਹਨਾਂ ਦਾ ਸਿਸਟਮ ਦੇਖਣਾ ਚਾਹੁੰਦੇ ਹਾਂ, ਅਸੀਂ ਇਹਨਾਂ ਦੇ ਸਿਸਟਮ ਨੂੰ ਉੱਥੇ ਜਾ ਕੇ ਉਸ ਤਰਜ਼ ਤੇ ਬਣਾਉਣਾ ਚਾਹੁੰਦੇ ਹਾਂ। ਪਰ ਕਦੀ ਉਹਦੇ ਤੇ ਉਹ ਗੱਲ ਨਹੀਂ ਹੋਈ, ਪੋਲੀਟੀਸ਼ੀਅਨਸ ਨੇ ਜਾ ਕੇ ਕਦੀ ਵੀ ਕੋਈ ਇਹ ਨਹੀਂ ਕੀਤਾ ਵੀ ਹਾਂ ਜਿਹੜੀ ਬਾਹਰੋਂ ਕੋਈ ਚੀਜ਼ ਆਈ ਹੈ ਅਸੀਂ ਇਹਨੂੰ ਇੱਥੇ ਲਾਗੂ ਕਰੀਏ। ਦੇਖੋ ਉਹ ਗੱਲ ਇਸ ਤਰ੍ਹਾਂ ਹੈ ਕਿ ਉੱਥੇ ਦੇ ਆਫੀਸ਼ੀਅਲਸ ਵੀ ਹਰ ਸਾਲ ਛੁੱਟੀ ਲੈ ਕੇ ਜਾਂ ਗਵਰਨਮੈਂਟ ਉਹਨਾਂ ਨੂੰ ਭੇਜਦੀ ਹੈ, ਜਾਂ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਵੀ ਇੱਥੇ ਆਉਂਦੇ ਨੇ। ਜਦ ਤੱਕ ਉਹ ਇੱਥੇ ਰਹਿੰਦੇ ਨੇ ਸ਼ਾਇਦ ਮੈਨੂੰ ਲੱਗਦਾ ਉਹ ਇਹ ਸੋਚਦੇ ਹੋਣਗੇ ਨਹੀਂ ਜੀ ਅਸੀਂ ਇਹੀ ਸਿਸਟਮ ਜਾ ਕੇ ਇੰਡੀਆ ਦੇ ਵਿੱਚ ਆਪਣੇ ਹੋਮ ਕੰਟਰੀ ਵਿੱਚ ਜਾ ਕੇ ਇਹ ਕੰਟਰੀ ਲਾਗੂ ਕਰ ਦੇਣਾ। ਪਰ ਜਦੋਂ ਪਹੁੰਚਦੇ ਹੋਣਗੇ ਉੱਥੇ ਜਾ ਕੇ, ਤਾਂ ਜਦੋਂ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋਣਗੇ, ਸ਼ਾਇਦ ਉਹਨਾਂ ਨੂੰ ਕਿਸੇ ਸਪੋਰਟ ਨਹੀਂ ਹੁੰਦੀ ਹੋਣੀ ਹੈਗੀ, ਜਾਂ ਇਹ ਵੀ ਹੋਊਗਾ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਜਿਹੜਾ ਕੁਰਸੀ ਖੁਸਦੀ ਨਜ਼ਰ ਆਉਂਦੀ ਹੋਵੇ ਵੀ ਜੇ ਲੋਕਾਂ ਦੇ ਵਿੱਚ ਵਧੇਰੇ ਜਾਗਰੂਕਤਾ ਹੋ ਗਈ, ਜੇ ਜਾਗਰੂਕਤਾ ਹੋ ਗਈ ਜਾਂ ਸਿਸਟਮ ਵਧੀਆ ਹੋ ਗਿਆ, ਤੇ ਜਿਸ ਤਰ੍ਹਾਂ ਅੱਜ ਅਸੀਂ ਰਾਜ ਕਰ ਰਹੇ ਹਾਂ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਨਾ ਕਰ ਸਕੀਏ। ਬਿਲਕੁਲ। ਉਹ ਇੱਕ ਚੀਜ਼ ਹੋਰ ਵੀ ਹੈ, ਇੱਕ ਚੀਜ਼ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਇੱਕ ਦਾਇਰੇ ਦੇ ਅੰਦਰ ਬੰਨ੍ਹ ਲੈਂਦੇ ਹੋ, ਤੁਸੀਂ ਉਹ ਤੋਂ ਨਿਕਲਣਾ ਹੀ ਨਹੀਂ ਚਾਹੁੰਦੇ ਹੈਗੇ। ਮੈਂਟਲੀ ਤੌਰ ਦੇ ਉੱਪਰ, ਫਿਜ਼ੀਕਲੀ ਤੌਰ ਦੇ ਉੱਪਰ ਇੱਕ ਸਿਸਟਮ ਦੇ ਵਿੱਚ ਤੁਸੀਂ ਬੰਨੇ ਰਹਿਣਾ ਚਾਹੁੰਦੇ ਹੋ ਹਮੇਸ਼ਾ ਹੀ। ਅੱਛਾ ਹਰਕਿਰਨ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਫਿਰ ਇਸ ਵਿਸ਼ੇ ਤੇ ਇਸੇ ਤਰ੍ਹਾਂ ਚਰਚਾ ਕਰਦੇ ਰਹਾਂਗੇ ਤੇ ਨਾਲ ਹੀ ਆਪਾਂ ਇੱਕ ਕੈਨੇਡੀਅਨ ਨਾਲ ਜਿਹੜੀ ਤਾਜ਼ੀ ਘਟਨਾ ਹੋਈ ਹੈ ਉਹਨੂੰ ਵੀ ਇਸ ਦੇ ਨਾਲ ਜੋੜ ਕੇ ਉਹਦੇ ਤੇ ਵੀ ਗੱਲਬਾਤ ਕਰਾਂਗੇ। ਤੁਸੀਂ ਦੇਖਦੇ ਰਹੋ ਸਟਾਰ ਟਾਕ ਤੇ ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਆਪ ਸਭ ਦਰਸ਼ਕਾਂ ਨੂੰ ਜੀ ਆਇਆਂ। ਤੁਸੀਂ ਸਟਾਰ ਟਾਕ ਤਾਂ ਦੇਖ ਸਕਦੇ ਹੋ YouTube 'ਤੇ। ਇਸ ਦੇ ਨਾਲ ਪੰਜਾਬ ਸਟਾਰ ਦੇ ਜਿੰਨੇ ਵੀ ਸ਼ੋਅ ਨੇ ਉਹ ਸਾਰੇ ਤੁਸੀਂ YouTube 'ਤੇ ਜਾ ਕੇ ਪੰਜਾਬ ਸਟਾਰ TV ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਦੇਖ ਸਕਦੇ ਹੋ। ਜਿਹੜੇ ਤੁਸੀਂ ਸ਼ੋਅ TV 'ਤੇ ਮਿਸ ਕਰਦੇ ਹੋ ਉਹ ਸਾਰੇ ਹੀ ਸ਼ੋਅ ਤੁਸੀਂ YouTube 'ਤੇ ਵੀ ਦੇਖ ਸਕਦੇ ਹੋ, ਅਤੇ ਸਾਨੂੰ ਜ਼ਰੂਰ ਸਬਸਕ੍ਰਾਈਬ ਕਰੋ। ਅੱਛਾ ਹਰਕਿਰਨ ਜੀ, ਇਹ ਸਾਰੀ ਜਿਹੜੀ ਆਪਾਂ ਚਰਚਾ ਕੀਤੀ ਆ ਬ੍ਰੇਕ ਤੋਂ ਪਹਿਲਾਂ, ਉਹਦਾ ਸਾਰਾ ਮਤਲਬ ਉਹਦਾ ਇਹ ਸੀ ਕਰਨ ਦਾ, ਕਿਉਂਕਿ ਕੈਨੇਡਾ ਦੇ ਵਿੱਚ ਇੱਕ ਤਾਜ਼ੀ ਘਟਨਾ ਹੋਈ ਹੈ। ਜਿਹੜੇ ਕੈਨੇਡੀਅਨ ਵਿੱਤ ਮੰਤਰੀ ਸੀ ਬਿਲ ਮੋਰਨਿਓ, ਉਹਨਾਂ ਨੇ ਬੀਤੇ ਕੱਲ੍ਹ ਆਪਣਾ ਅਸਤੀਫਾ ਜਿਹੜਾ ਉਹ ਸੌਂਪ ਦਿੱਤਾ ਪ੍ਰਧਾਨ ਮੰਤਰੀ ਨੂੰ। ਅਤੇ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਇਹ ਦੱਸਿਆ ਵੀ ਮੈਂ ਕਦੀ ਵੀ ਨਹੀਂ ਸੀ ਚਾਹੁੰਦਾ ਵੀ ਮੈਂ 2 ਟਰਮਾਂ ਤੋਂ ਵੱਧ ਸਿਆਸਤ ਦੇ ਵਿੱਚ ਰਹਾਂ। ਪਰ ਉਹਦੇ ਪਿੱਛੇ ਜੋ ਸਿਆਸੀ ਮਾਹਰ ਕਹਿ ਰਹੇ ਨੇ ਵੀ ਜੋ ਵੀ ਚੈਰਿਟੀ ਦਾ ਸਕੈਂਡਲ ਆਇਆ ਸੀ ਸਾਹਮਣੇ 912 ਮਿਲੀਅਨ ਦਾ, ਉਹਦੇ ਵਿੱਚ ਜਿਹੜਾ $43 ਮਿਲੀਅਨ ਉਹਨਾਂ ਨੂੰ ਉਸ ਸਾਰੇ ਸਟੂਡੈਂਟ ਲੋਨ ਨੂੰ ਦੇਖ ਰੇਖ ਲਈ ਦਿੱਤਾ ਗਿਆ ਸੀਗਾ, ਉਹਨੂੰ ਕਿਤੇ ਨਾ ਕਿਤੇ ਇਸ ਦੇ ਨਾਲ ਜੋੜਿਆ ਜਾ ਰਿਹਾ ਬਈ ਉਸ ਕਰਕੇ ਜਿਹੜਾ ਇਹਨਾਂ ਨੇ ਵਿੱਤ ਮੰਤਰੀ ਨੇ ਜਿਹੜਾ ਅਸਤੀਫਾ ਦਿੱਤਾ। ਪਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਬਾਵਜੂਦ ਇਸ ਦੇ ਉਹਨਾਂ ਨੇ ਅਸਤੀਫਾ ਤਾਂ ਦਿੱਤਾ ਨਾ। ਦੇਖੋ ਜੀ, ਮੈਂ ਉਹੀ ਤੁਹਾਡੀ ਗੱਲ ਕਹਿਣਾ ਚਾਹੁੰਦਾ, ਆਪਾਂ ਦੋਨੇ ਪੱਖ ਲੈ ਲਈਏ। ਚਾਹੇ ਆਪਾਂ ਇਹ ਕਹੀਏ ਕਿ ਉਹਨਾਂ ਨੇ ਉਹ ਜਿਹੜਾ ਕਿਕ ਬੈਕਸ ਦੀ ਗੱਲ ਆਪਾਂ ਕਰ ਰਹੇ ਆ, 32 ਮਿਲੀਅਨ ਨੂੰ ਦਿੱਤਾ ਗਿਆ, 35 ਮਿਲੀਅਨ ਨੂੰ ਦਿੱਤਾ ਗਿਆ ਉਹਨਾਂ ਸਟੂਡੈਂਟ ਲੋਨ ਦੇ ਬਾਰੇ ਹੈਂਡਲ ਕਰਨ ਵਾਸਤੇ, ਚਾਹੇ ਉਹ ਇਸ ਕਰਕੇ ਉਹ ਅਸਤੀਫਾ ਦੇ ਰਹੇ ਨੇ, ਚਾਹੇ ਉਹ ਇਹ ਕਹਿ ਕੇ ਅਸਤੀਫਾ ਦੇ ਰਹੇ ਨੇ ਕਿ ਮੈਂ ਤਾਂ 2 ਟਰਮ ਤੋਂ ਵੱਧ ਚਾਹੁੰਦਾ ਹੀ ਨਹੀਂ ਸੀ ਕਦੇ ਵੀ ਪੋਲੀਟੀਕਲ ਆਪਣਾ ਕੈਰੀਅਰ ਦੇ ਵਿੱਚ, ਹੈ ਨਾ। ਦੋਨੇ ਸਿਸਟਮ, ਚਾਹੇ ਆਪਾਂ ਉਹ ਪਹਿਲਾ ਕਾਰਨ ਮੰਨ ਲਈਏ ਚਾਹੇ ਇਹ ਵਾਲਾ ਕਾਰਨ ਮੰਨ ਲਈਏ, ਜੇ ਦੋਨੇ ਕਾਰਨ ਕਰਕੇ ਉਹਨੇ ਅਸਤੀਫਾ ਦਿੱਤਾ, ਸੋ ਮੈਟਰ ਇਹ ਕਰਦਾ ਕਿ ਉਹਨੇ ਅਸਤੀਫਾ ਦਿੱਤਾ। ਜੇ ਉਹ ਐਸ ਕਰਕੇ ਦੇ ਰਹੇ ਨੇ ਕਿ ਉਹਦੀ ਇਨਵੋਲਵਮੈਂਟ ਸੀ, ਉਹਦੀ ਫੈਮਿਲੀ ਦੀ ਇਨਵੋਲਵਮੈਂਟ ਸੀ, ਉਹਦੀ ਬੇਟੀ ਦੀ ਸ਼ਾਇਦ ਇਨਵੋਲਵਮੈਂਟ ਸੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ, ਤਾਂ ਵੀ ਮੈਂ ਉਹਨੂੰ ਸੈਲੂਟ ਕਰਦਾ। ਜੇ ਉਹ ਐਸ ਕਰਕੇ ਦੇ ਰਹੇ ਨੇ ਕਿ ਨਹੀਂ ਜੀ ਉਹ ਕਿਉਂਕਿ ਮੇਰੇ ਤਾਂ ਸਿਰਫ 2 ਟਰਮ ਹੀ ਮੈਂ ਰਹਿਣਾ ਚਾਹੁੰਦਾ ਸੀ, ਮੈਂ ਤਾਂ ਵੀ ਉਹਨਾਂ ਨੂੰ ਸੈਲੂਟ ਕਰਦਾ ਕਿ ਐਟਲੀਸਟ ਉਹਨਾਂ ਨੇ ਆਪਣਾ ਇੱਕ ਇਖਲਾਕੀ ਫਰਜ਼ ਤਾਂ ਸਮਝਿਆ ਨਾ, ਐਜ਼ ਅ ਇਨਸਾਨੀਅਤ ਤੌਰ 'ਤੇ, ਐਜ਼ ਅ ਪੋਲੀਟੀਸ਼ੀਅਨ ਦੇ ਤੌਰ 'ਤੇ ਆਪਣੇ ਐਥਿਕਸ ਨੂੰ ਤਾਂ ਸਟਿਕ ਕੀਤਾ ਉਹਨਾਂ ਨੇ। ਇਹੀ ਚੀਜ਼ ਮੈਂ ਚਾਹੁੰਦਾ ਕਿ ਸਿਰਫ ਆਹ ਚੀਜ਼ ਜੇਕਰ ਸਾਡੇ ਇੰਡੀਅਨ ਪੋਲੀਟੀਸ਼ੀਅਨ ਦੇ ਵਿੱਚ ਆ ਜਾਵੇ, ਜਿਹਨੂੰ ਸ਼ਾਇਦ 5 ਟਰਮਸ ਹੋ ਗਈਆਂ ਨੇ,
ਉਹ ਹਜੇ ਵੀ ਨਹੀਂ ਚਾਹੁੰਦੇ ਕਿ ਹਜੇ ਉਹਦੀਆਂ ਲੱਤਾਂ ਕਬਰਾਂ 'ਚ ਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਹਜੇ ਵੀ ਉਹ ਇਹ ਚਾਹੁੰਦੇ ਨਹੀਂ ਕਿ ਅਸੀਂ ਛੱਡੀਏ ਕੁਰਸੀ ਨੂੰ ਦੇ ਨਾਲ ਚੁਪਕੇ ਰਹੀਏ। ਉਹ ਇੰਨਾ ਮੋਹ, ਇੰਨਾ ਉਹਨੂੰ ਕਿੱਥੇ ਮੁਕਤੀ ਮਿਲੇਗੀ। ਮੈਂ ਹਰਕੀਰਤ ਜੀ ਤਕਰੀਬਨ 15-16 ਸਾਲ ਹੋ ਗਏ ਨੇ ਮੈਨੂੰ ਜਿਹੜੀ ਕੈਨੇਡੀਅਨ ਪੋਲਿਟਿਕਸ ਨੂੰ ਦੇਖਦੇ ਹੋਏ, ਤੇ ਮੈਂ ਇਸ 15-16 ਸਾਲਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਚੋਟੀ ਦੇ ਲੀਡਰ ਦੇਖੇ ਨੇ ਜਿਹੜੇ ਪੋਲੀਟੀਕਲ ਕੈਰੀਅਰ ਤੋਂ ਵੱਖ ਹੋ ਗਏ ਨੇ, ਤੇ ਉਹਨਾਂ ਨੇ ਇਹ ਦੇਖਿਆ ਵੀ ਹੁਣ ਸਾਡਾ ਸਮਾਂ ਨਹੀਂ ਗਾ, ਸਾਡਾ ਸਮਾਂ ਲੰਘ ਗਿਆ, ਵੀ ਹੁਣ ਦੂਸਰੇ ਨੂੰ ਮੌਕਾ ਦਿੱਤਾ ਜਾਵੇ। ਸੋ ਜੇ ਮੈਂ ਗਿਣਾ ਤਾਂ ਤਕਰੀਬਨ ਬਹੁਤ ਸਾਰੇ ਵੱਡੇ ਲੀਡਰ ਨੇ ਦੇ ਨਾਂ ਨੇ ਜਿਹੜੇ ਕਿ ਹੁਣ ਜਿਹੜੀ ਪੋਲੀਟੀਕਲ ਲਾਈਮਲਾਈਟ ਦੇ ਵਿੱਚ ਹੈ ਹੀ ਨਹੀਂ ਕਿਤੇ ਵੀ, ਕਿੱਥੇ ਚਲੇ ਗਏ ਉਹ। ਪਰ ਜੇ ਆਪਾਂ ਭਾਰਤੀ ਸਿਸਟਮ ਦੀ ਗੱਲ ਕਰੀਏ ਤੇ ਅੱਜ ਤੋਂ 50-60 ਸਾਲ ਜਦੋਂ ਦਾ ਮੇਰੇ ਖਿਆਲ ਭਾਰਤ ਆਜ਼ਾਦ ਹੋਇਆ, ਉਦੋਂ ਦੇ ਵੀ ਕੁਝ ਲੀਡਰ ਹਜੇ ਤੱਕ ਉੱਥੇ ਹੋਣੇ ਆ। ਦੇਖੋ ਜੀ ਸਿਮਰਤ ਜੀ, ਵੈਸੇ ਬੜੀ ਅਜੀਬ ਗੱਲ ਹੈ, ਲੇਕਿਨ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਜਾਂ ਸਾਡੇ ਭਾਰਤ ਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਮੋਕਸ਼ ਪ੍ਰਾਪਤੀ। ਅਸੀਂ ਮੋਕਸ਼ ਨੂੰ ਪ੍ਰਾਪਤ ਹੋ ਜਾਣਾ, ਤੇ ਜਿਹਦੇ ਵਿੱਚ ਸਾਡੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਨੇ। ਅਸੀਂ ਕੋਈ ਲਿੰਕ ਨਹੀਂ ਰੱਖਣਾ ਚਾਹੁੰਦਾ, ਪਰ ਜਦ ਤੱਕ ਅਸੀਂ ਜਿਉਂਦੇ ਰਹਿੰਦੇ ਹਾਂ, ਅਸੀਂ ਤਾਂ ਇੱਕ ਕੁਰਸੀ ਨਾਲ, ਇੱਕ ਜਿਹੜੀ ਛੋਟੀ ਛੋਟੀਆਂ ਚੀਜ਼ਾਂ ਨੇ ਉਹਨਾਂ ਨਾਲ ਵੀ ਮੋਹ ਨਹੀਂ ਤੋੜ ਪਾਉਂਦੇ ਹਾਂ। ਬਿਲਕੁਲ। ਜਦ ਕਿ ਜੇ ਆਪਾਂ ਇੱਥੇ ਦੇਖੀਏ, ਜਦ ਵੀ ਬੰਦੇ ਦੀ ਏਜ ਇੱਕ ਸਰਟਨ ਏਜ ਆਉਂਦੀ ਹੈ ਤਾਂ ਬੰਦਾ ਕਹਿੰਦਾ ਠੀਕ ਹੈ ਜੀ, ਹੁਣ ਮੇਰਾ ਇਸ ਚੀਜ਼ ਜਿਹੜਾ ਮੇਰਾ ਫਰਜ਼ ਸੀ, ਜਿਹੜੀ ਮੇਰੀ ਡਿਊਟੀ ਸੀ, ਉਹ ਖਤਮ ਹੋ ਗਈ ਹੈ, ਐਂਡ ਇਸ ਤੋਂ ਬਾਅਦ ਮੈਂ ਚਾਹੁੰਦਾ ਕਿ ਕੋਈ ਹੋਰ ਆਵੇ ਔਰ ਸਿਸਟਮ ਨੂੰ ਅੱਗੇ ਲੈ ਕੇ ਜਾਵੇ। ਤਾਂ ਆਪਣਾ ਮੋਹ ਤੋੜਨਾ ਬੜਾ ਆਸਾਨ ਹੈ, ਬਿਲਕੁਲ, ਲੇਕਿਨ ਇਹ ਚੀਜ਼ ਉਹਨੂੰ ਫੋਲੋ ਕਰਨੀ ਚਾਹੀਦੀ ਹੈ। ਸੋ ਅਸੀਂ, ਸਾਡਾ ਕਹਿਣੀ, ਕਥਨੀ ਔਰ ਕਰਨੀ 'ਚ ਤਾਂ ਬਹੁਤ ਜ਼ਮੀਨ ਆਸਮਾਨ ਦਾ ਅੰਤਰ ਹੈ। ਅਸੀਂ ਕਹਿੰਦੇ ਹਾਂ ਅਸੀਂ ਬਹੁਤ ਰਿਚ ਕਲਚਰ ਤੋਂ, ਮੈਂ ਕਹਿੰਦਾ ਰਿਚੀ ਦੇ ਕਲਚਰ ਬੜੇ ਗਰੀਬ ਕਲਚਰ ਤੋਂ ਤੁਸੀਂ ਤਾਂ। ਅਸੀਂ ਕਹਿੰਦੇ ਹਾਂ ਜੇ ਇਸ ਮੋਕਸ਼ ਪ੍ਰਾਪਤੀ ਹੋਈ, ਮੈਂ ਕਹਿੰਦਾ ਤੁਹਾਨੂੰ ਜ਼ਿੰਦਗੀ 'ਚ ਕੀ 7 ਜਨਮਾਂ ਤੱਕ ਮੋਕਸ਼ ਪ੍ਰਾਪਤੀ ਨਹੀਂ ਹੋਣੀ। ਜਿਸ ਹਿਸਾਬ ਨਾਲ ਆਪਾਂ ਗੱਲਾਂ ਔਰ ਆਪਣੇ ਕਰਦੇ ਅਲੱਗ ਹੈ, ਉਹ ਕੁਝ ਦਿਖਾਣੇ ਅਲੱਗ ਹੈ। ਸੋ ਅਸੀਂ ਇਸ ਚੀਜ਼ ਨੂੰ, ਜਿਹੜੀ ਇਹ ਘਟਨਾ ਹੋਈ ਹੈ, ਇਸ ਚੀਜ਼ ਦਾ ਸਵਾਗਤ ਕਰਦੇ ਹਾਂ ਕਿ ਠੀਕ ਹੈ ਜੀ, ਉਹਨਾਂ ਨੇ ਗਲਤੀ ਹੋਈ, ਭਾਵੇਂ ਉਹਨਾਂ ਤੋਂ ਗਲਤੀ ਹੋਈ ਹੈ ਜਾਂ ਉਹਨੇ ਆਪਣੀ ਰਿਸਪੌਂਸਿਬਿਲਿਟੀ ਤਾਂ ਉਸ ਚੀਜ਼ ਦੀ ਲਿੱਤੀ ਨਾ, ਇਸ ਚੀਜ਼ ਨੂੰ। ਸੋ ਇਹ ਕਿ ਕਿਤੇ ਨਾ ਕਿਤੇ ਜੇ ਇਹਦੇ 1% ਵੀ ਜਾਂ 5% ਵੀ ਸਾਡੇ ਲੀਡਰਾਂ ਸਾਹਿਬ ਜਿਹੜੇ ਇੰਡੀਆ ਦੇ ਨੇ ਸਮਝ ਜਾਣ, ਤਾਂ ਸ਼ਾਇਦ ਉਹ ਖੁਦ ਵੀ ਖੁਸ਼ ਹੋਣਗੇ, ਸਰਕਾਰ ਨੂੰ ਵੀ ਨਵਾਂ ਇੱਕ ਰਸਤਾ ਮਿਲੇਗਾ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਜਨਤਾ ਰਹਿ ਰਹੀ ਹੈ ਉਹਨਾਂ ਦੀਆਂ ਪ੍ਰੋਬਲਮ ਬਹੁਤ ਜ਼ਿਆਦਾ ਸੋਲਵ ਹੋ ਜਾਣਗੀਆਂ। ਬਿਲਕੁਲ ਜੀ। ਇਸ ਉਦਾਹਰਨ ਤੋਂ ਜਿਹੜੇ ਕਿਉਂਕਿ ਆਪਾਂ ਜਿਹੜਾ ਅੱਜ ਭਾਰਤੀ ਸਿਆਸੀ ਸਿਸਟਮ ਅਤੇ ਕੈਨੇਡੀਅਨ ਸਿਸਟਮ ਨੂੰ ਕੰਪੇਅਰ ਕਰਨ ਦਾ ਮਕਸਦ ਇਹੀ ਸੀ ਵੀ ਜਿਵੇਂ ਬਿਲ ਮੋਰਨੂ ਦੀ ਘਟਨਾ ਹੋਈ ਹੈ, ਉਹ ਆਪਣੇ ਸਿਆਸਤ ਤੋਂ ਬਾਹਰ ਜਾ ਰਹੇ ਨੇ, ਭਾਵੇਂ ਅਖਲਾਕੀ ਤੌਰ 'ਤੇ ਜਾਂ ਕਿਸੇ ਦਬਾਅ ਦੇ ਥੱਲੇ, ਪਰ ਫਿਰ ਵੀ ਉਹਨਾਂ ਨੇ ਇਹਨੂੰ ਸਮਝਦੇ ਹੋਏ ਆਪਣਾ ਅਸਤੀਫਾ ਦਿੱਤਾ। ਤੇ ਹੁਣ ਇਹ ਕਿਉਂਕਿ ਕੁਦਰਤੀ ਗੱਲ ਹੈ, ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਤਾਂ ਆਪਣਾ ਕੋਈ ਨਾ ਕੋਈ ਮੁੱਦਾ ਚੁੱਕਣਾ ਹੀ ਹੁੰਦਾ। ਸੋ ਜਿੰਨੀਆਂ ਦੋਨੇ ਵਿਰੋਧੀ ਪਾਰਟੀਆਂ NDP ਤੇ ਕੰਜ਼ਰਵੇਟਿਵ ਨੇ, ਉਹਨਾਂ ਨੇ ਇਹੀ ਕਿਹਾ ਵੀ ਕਿਉਂਕਿ ਇਹ ਸਾਰੀ ਜਿਹੜੀ ਗਾਜ ਪ੍ਰਧਾਨ ਮੰਤਰੀ ਟਰੂਡੋ ਤੇ ਡਿੱਗਣੀ ਸੀ, ਸੋ ਉਹਨਾਂ ਨੂੰ ਬਚਾਉਣ ਦੇ ਲਈ ਜਿਹੜਾ ਬਿਲ ਮੋਰਨੂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਕਿਉਂਕਿ ਇਹ ਕਿਹਾ ਜਾ ਰਿਹਾ ਵੀ ਪਿਛਲੇ ਜਿਹੜੇ ਸੂਤਰ ਦੱਸ ਰਹੇ ਨੇ, ਪਿਛਲੇ ਕੁਝ ਹਫ਼ਤਿਆਂ ਤੋਂ ਟਰੂਡੋ ਤੇ ਬਿਲ ਮੋਰਨੂ ਦੇ ਵਿੱਚ ਕਾਫੀ ਟਸਲ ਚੱਲ ਰਹੀ ਸੀ ਵੀ ਇਸ ਮਸਲੇ ਨੂੰ ਕਿਵੇਂ ਹੱਲ ਕੀਤਾ ਜਾਵੇ। ਸੋ ਅਲਟੀਮੇਟਲੀ ਜਿਹੜੇ ਬਿਲ ਮੋਰਨੂ ਹੁਣ ਬਾਹਰ ਜਾ ਰਹੇ ਨੇ, ਭਾਵੇਂ ਕਿ ਜੋ ਵੀ ਇਹਦੇ ਪਿੱਛੇ ਘਟਨਾਕ੍ਰਮ ਹੋਵੇ, ਪਰ ਉਹਨਾਂ ਨੇ ਇਸ ਨੂੰ ਦੇਖਿਆ ਵੀ ਹਾਂ ਵਾਕਈ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ। ਸੋ ਉਸ ਨੂੰ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੋਏ ਉਹ ਇਸ ਤੋਂ ਬਾਹਰ ਜਾ ਰਹੇ ਨੇ। ਪਰ ਭਾਰਤ ਦੇ ਵਿੱਚ ਆਪਾਂ ਨੂੰ ਕਦੇ ਵੀ ਇਸ ਤਰ੍ਹਾਂ ਦੇਖਣ ਨੂੰ ਨਹੀਂ ਮਿਲਿਆ। ਦੇਖੋ ਜੀ, ਉਹ ਕੁਛ ਲੀਡਰਸ ਹੈ ਨੇ ਜ਼ਰੂਰ। ਮਨਮੋਹਨ ਸਿੰਘ ਜੀ ਦੀ ਸ਼ਾਇਦ ਇੱਕ ਐਗਜ਼ਾਮਪਲ ਹੈ, ਜਦ ਉਹਨਾਂ ਦੇ ਕੁਛ ਜਦੋਂ ਵਾਪਸ ਆਪਣੇ ਆਫਿਸ ਛੱਡ ਕੇ ਗਏ, ਹਾਂਜੀ, ਤਾਂ ਉਹਨਾਂ ਦੇ ਕੁਛ ਸ਼ਾਇਦ ਥੋੜ੍ਹਾ ਬਹੁਤ ਲੋਨ ਸੀ, ਸ਼ਾਇਦ ਲੱਖ ਸਵਾ ਲੱਖ ਦਾ ਇੱਦਾਂ ਕੁਝ ਲੋਨ ਸੀ, ਉਹਨਾਂ ਨੇ ਉਹ ਸਾਰਾ ਵਾਪਸ ਕੀਤਾ। ਇੱਦਾਂ ਹੀ ਜਿਹੜੇ ਸਾਡੇ ਪ੍ਰੈਜ਼ੀਡੈਂਟ ਸੀ ਅਬਦੁਲ ਕਲਾਮ ਸਾਹਿਬ, ਸੋ ਉਹ ਵੀ ਜਦੋਂ ਵਾਪਸ ਗਏ ਤਾਂ ਉਹ ਸਿਰਫ 2 ਟੈਕਸੀ ਲੈ ਕੇ ਆਏ ਸੀ, ਤਾਂ ਜਿੱਦਣ ਉਹ ਗਏ ਨੇ ਉਦੋਂ ਵੀ ਉਹ ਆਫਿਸ ਤੋਂ, ਮਤਲਬ ਉਹਨੂੰ ਟਰਨ ਪੂਰੀ ਹੋਈ ਆ, ਆਪਣੇ ਕੋਲ ਵੀ 2 ਟੈਕਸੀ ਲੈ ਕੇ ਗਏ ਸੀ। ਮੇਰੇ ਖਿਆਲ ਹੈ ਉਦਾਹਰਨ ਤਾਂ ਤੁਹਾਨੂੰ ਵੀ ਸ਼ਾਇਦ ਪਤਾ ਹੋਣਾ, ਆਪਣੇ ਜਿਹੜੇ ਵੱਡੇ ਕਾਫੀ ਲੇਖਕ ਨੇ, ਖੁਸ਼ਵੰਤ ਸਿੰਘ, ਉਹਨਾਂ ਨੇ ਆਪਣੀ ਜੀਵਨੀ 'ਚ ਲਿਖਿਆ ਸੀਗਾ ਆਪਣੇ ਡਾਕਟਰ ਮਨਮੋਹਨ ਸਿੰਘ ਬਾਰੇ ਵੀ ਇੱਕ ਵਾਰ ਜਦੋਂ ਕਿਤੇ ਇਹ ਇਲੈਕਸ਼ਨ ਲੜਨੀ ਸੀ, ਸੋ ਉਹਨਾਂ ਤੋਂ ਕੁਝ ਪੈਸੇ ਇਹਨਾਂ ਨੇ ਉਧਾਰ ਲਏ ਸੀ। ਸੋ ਇਲੈਕਸ਼ਨ ਦਾ ਤਾਂ ਪਤਾ ਨਹੀਂ ਉਹਦੇ ਵਿੱਚ ਕੀ ਬਣਿਆ, ਮੇਰੇ ਖਿਆਲ ਸ਼ਾਇਦ ਹਾਰ ਗਿਆ ਸੀ, ਪਰ ਉਹ ਕਹਿੰਦੇ ਉਹ ਪੈਸੇ ਮੈਨੂੰ ਉਹਨਾਂ ਨੇ ਵਾਪਸ ਕੀਤੇ। ਹਾਂਜੀ ਬਿਲਕੁਲ। ਸੋ ਇੱਕ ਇੱਦਾਂ ਦਾ ਹੀ ਇੱਕ ਹੋਰ ਐਗਜ਼ਾਮਪਲ ਹੈ। ਕਹਿੰਦਾ ਭਾਵੇਂ ਕਿ ਆਪਾਂ ਐਗਜ਼ਾਮਪਲਸ ਇਸ ਕਰਕੇ ਦੇ ਰਹੇ ਹਾਂ ਕਿ ਕੁਝ ਲੋਕ ਜ਼ਰੂਰ ਹੁੰਦੇ ਨੇ, ਲੇਕਿਨ ਉਹ ਜਿਸ ਤਰ੍ਹਾਂ ਉਹਨਾਂ ਦੀ ਤਾਦਾਦ ਹੈ, ਉਹ ਤਾਂ ਮੈਟਰ ਹੀ ਨਹੀਂ ਕਰਦੀ ਹੈਗੀ। ਉਹੀ ਆ ਵੀ ਆਟੇ ਵਿੱਚ ਲੂਣ ਦੇ ਬਰਾਬਰ ਹੀ ਰਹਿ ਜਾਂਦੇ ਨੇ। ਸੋ ਜੇ ਅਸੀਂ ਗੱਲਾਂ ਤਾਂ ਕਰਦੇ ਹਾਂ ਆਪਣੇ ਰਿਚ ਕਲਚਰ ਦੀਆਂ, ਗੱਲਾਂ ਕਰਦੇ ਹਾਂ ਆਪਣੀਆਂ
ਪੀਰਾਂ ਫਕੀਰਾਂ ਦੀਆਂ, ਆਪਣੇ ਗੁਰੂਆਂ ਦੀਆਂ, ਰਿਸ਼ੀਆਂ ਮੁਨੀਆਂ ਦੀਆਂ, ਔਰ ਅਲਟੀਮੇਟਲੀ ਅਸੀਂ ਕਹਿੰਦੇ ਜੇ ਅਸੀਂ ਬਹੁਤ ਧਾਰਮਿਕ ਤੌਰ ਦੇ ਉੱਪਰ ਅਸੀਂ ਬਹੁਤ ਸਾਡਾ ਰਿਚ ਹੈ, ਸਭ ਤੋਂ ਪੁਰਾਣੇ ਹੈ ਧਰਮ ਹੈ। ਲੇਕਿਨ ਅਸੀਂ ਇਹਨਾਂ ਤੋਂ ਸਿੱਖਿਆ ਕੀ ਹੈ, ਅਸੀਂ ਆਪਣੇ ਦਰਸ਼ਾ ਕੀ ਰਹੇ ਹਾਂ, ਅਸੀਂ ਆਪਣੇ ਕਰ ਕੀ ਰਹੇ ਹਾਂ। ਵਨ ਆਫ ਦਾ ਮੋਸਟ ਕਰਪਟ ਕੰਟਰੀਜ਼ ਦੇ ਵਿੱਚ ਅਸੀਂ ਗਿਣੇ ਜਾਂਦੇ ਹਾਂ। ਸਟੈਟਿਸਟਿਕਸ ਤੁਸੀਂ ਚੱਕ ਕੇ ਦੇਖੋ, ਵਰਲਡ ਸਟੈਟਿਸਟਿਕਸ ਜਿਹੜੀਆਂ ਹੈ ਨੇ, ਔਰ ਅਸੀਂ ਇੱਕ ਦੂਜੇ ਦੀ ਜਿਹੜੀ ਇੱਕ ਦੂਜੇ ਪ੍ਰਤੀ ਜਿਹੜੀ ਸਾਡੀ ਭਾਵਨਾ ਹੈ ਉਹਨਾਂ ਦੇ ਗੱਲ ਦੇਖੋ, ਕਰਕੇ ਦੇਖੋ ਕੀ ਹਾਲ ਹੈ, ਅਸੀਂ ਦੂਜੇ ਨੂੰ ਕਿੱਦਾਂ ਟਰੀਟ ਕਰਦੇ ਹਾਂ। ਸੋ ਇਹ ਗੱਲਾਂ ਕਰਨੀਆਂ ਔਰ ਕਹਿਣੀਆਂ ਇਹ ਬਹੁਤ ਤੁਸੀਂ ਹੁਣ ਮਿਸਮੈਚ ਹੋ ਰਿਹਾ ਸਾਰਾ ਕੁਝ। ਬਿਲਕੁਲ। ਨਾਲੇ ਜਿਹੜੇ ਭਾਰਤ ਦੇ ਪੋਲੀਟੀਕਲ ਸਿਸਟਮ ਦੇ ਦੋ ਵੱਡੇ ਦਾਗ ਜੇ ਆਪਾਂ ਕਹੀਏ ਉਹਨਾਂ ਨੂੰ, 1984 ਦਾ ਜਿਹੜਾ ਸਾਰਾ ਘਟਨਾਕ੍ਰਮ ਸੀ, ਤੇ ਉਸ ਤੋਂ ਬਾਅਦ ਜਿਹੜਾ 2000 ਗੁਜਰਾਤ ਦੇ ਵਿੱਚ ਜੋ ਦੰਗੇ ਹੋਏ ਸੀ, ਉਹ ਦੋਨੇ ਘਟਨਾਕ੍ਰਮ ਦੇਖ ਲਓ, ਇਹਨਾਂ ਦੇ ਵਿੱਚ ਕਿਹਨਾਂ ਲੋਕਾਂ ਦੇ ਨਾਂ ਆਏ ਸੀ। ਉਸ ਤੋਂ ਬਾਅਦ ਦੇਖ ਲਓ ਕਿੰਨੇ ਸਾਲ ਬੀਤ ਗਏ ਨੇ 84 ਨੂੰ, ਉਸ ਤੋਂ ਬਾਅਦ ਉਹਨਾਂ ਨੂੰ ਉਹ ਕਿੱਥੇ ਖੜੇ ਨੇ, ਉਹ ਅਜੇ ਵੀ ਉਹ ਸੱਤਾ ਦੇ ਵਿੱਚ ਸੀ। ਤੇ ਉਸ ਤੋਂ ਬਾਅਦ ਜਿਹੜੇ 2000 ਦੇ ਦੰਗਿਆਂ ਦੇ ਵਿੱਚ ਦੋਨਾਂ ਦੇ ਦੇਖੋ ਨਾਂ ਆਏ ਸੀ, ਨਰਿੰਦਰ ਮੋਦੀ ਦਾ ਵੀ ਸੀ ਤੇ ਅਮਿਤ ਸ਼ਾਹ ਦਾ ਵੀ। ਪਰ ਉਹ ਦੇਖ ਲਓ ਨਰਿੰਦਰ ਮੋਦੀ 2 ਵਾਰ ਹੁਣ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਤੇ ਅਮਿਤ ਸ਼ਾਹ ਹੁਣ ਇਸ ਟਾਈਮ ਗ੍ਰਹਿ ਮੰਤਰੀ ਨੇ। ਯਾਰ ਮੈਂ ਇਹ ਚੀਜ਼ਾਂ ਦੇਖਦਾ ਨਾ ਤਾਂ ਮੈਂ ਇਹਨਾਂ ਨੂੰ ਮੈਨੂੰ ਹੈਰਾਨੀ ਨਹੀਂ ਹੁੰਦੀ ਹੈ ਇਸ ਚੀਜ਼, ਔਰ ਜੇ ਆਉਣ ਵਾਲੇ ਟਾਈਮ ਵਿੱਚ ਵੀ ਹੋਣਗੀਆਂ ਤਦ ਵੀ ਮੈਂ ਬਿਲਕੁਲ ਹੈਰਾਨ ਨਹੀਂ ਹੋਵਾਂਗਾ। ਕਿਉਂਕਿ ਅਸੀਂ ਆਪਣੀ ਚੀਜ਼ਾਂ ਕਿੱਥੋਂ ਸਿੱਖਦੇ ਹਾਂ, ਆਪਣੇ ਫੋਰ ਫਾਦਰਸ ਤੋਂ ਸਿੱਖਦੇ ਹਾਂ ਨਾ, ਜੋ ਸਾਡੇ ਬਜ਼ੁਰਗਾਂ ਨੇ ਕੀਤਾ, ਉਹਨਾਂ ਦੀਆਂ ਅੱਛੀਆਂ ਗੱਲਾਂ ਸਾਡੇ 'ਚ ਆਉਂਦੀਆਂ ਨੇ। ਜਾਂ ਜੇ ਅਸੀਂ ਬਲੱਡ ਬਾਇਓਲੋਜੀਕਲ ਵੀ ਗੱਲ ਕਰੀਏ ਵੀ ਉਹਨਾਂ ਦਾ ਖੂਨ ਸਾਡੇ ਵਿੱਚ ਆਇਆ, ਅਸੀਂ ਉੱਥੋਂ ਹੀ ਚੀਜ਼ਾਂ ਸਿੱਖਦੇ ਹਾਂ, ਜਾਂ ਅਸੀਂ ਦੇਖਦੇ ਹਾਂ, ਦੇਖ ਕੇ ਸਿੱਖਦੇ ਹਾਂ, ਜਾਂ ਅਸੀਂ ਪੜ੍ਹ ਕੇ ਸਿੱਖਦੇ ਹਾਂ। ਹਾਂਜੀ। ਸੋ 1947 ਵਿੱਚ ਜੋ ਹੋਇਆ ਉਹ ਵੀ ਸਾਡੇ ਬਜ਼ੁਰਗਾਂ ਨੇ, ਜਾਂ ਕਹਿ ਲਈਏ ਸਾਡੇ ਨਹੀਂ ਤਾਂ ਕਿਸੇ ਦੇ ਕਿਸੇ ਬਜ਼ੁਰਗਾਂ ਨੇ ਇਨਵੋਲਵਮੈਂਟ ਹੈ ਸੀ। ਠੀਕ ਹੈ ਜੀ। 1.1 ਕਰੋੜ ਲੋਕ ਉੱਥੇ ਡਿਸਪਲੇਸ ਹੋਏ ਸੀ, ਔਰ ਅਰਾਊਂਡ 1.5 ਮਿਲੀਅਨ ਦੇ 15 ਲੱਖ ਦੇ ਕਰੀਬ ਲੋਕਾਂ ਦਾ ਉੱਥੇ ਕਤਲ ਹੋਇਆ ਸੀ। ਬਿਲਕੁਲ। ਔਰ 9 ਲੱਖ ਜਿਹੜੀਆਂ ਸੀ ਕੁੜੀਆਂ ਉਹ ਗਾਇਬ ਹੋ ਗਈਆਂ ਸੀ। ਸੋ ਇਹ ਸਾਰੀਆਂ ਗੱਲਾਂ ਨੂੰ ਜੇ ਅਸੀਂ ਉਹ ਕਿੱਥੋਂ ਜਿਹਨਾਂ ਨੇ ਕੀਤਾ ਸੀ, ਉਹ ਸਾਡੇ ਫੋਰ ਫਾਦਰ ਸੀ ਨਾ, ਉਹ ਬਿਲਕੁਲ ਅਸੀਂ ਆਪਣੇ ਵਿੱਚੋਂ ਹੀ ਸੀ ਨਾ। ਤੇ ਉਹਨਾਂ ਨੇ ਜੋ ਕੀਤਾ ਤਾਂ ਅਸੀਂ ਉਹਨਾਂ ਤੋਂ ਸਿੱਖਿਆ ਤਾਂ ਕੁਛ ਨਹੀਂ, ਫਿਰ ਵੀ ਅਸੀਂ ਉਹ ਰਿਪੀਟ ਕਰ ਰਹੇ ਹਾਂ ਨਾ। ਸੋ ਕਿਤੇ ਨਾ ਕਿਤੇ ਉਹ ਖੂਨ ਫਿਰ ਵੀ ਆਉਂਦਾ, ਉਹ ਫਿਰ ਉਹੀ ਚੀਜ਼ਾਂ ਹੋਣ ਲੱਗ ਜਾਂਦੀਆਂ ਨੇ। ਸੋ ਉਹ ਚੇਂਜ ਕਰਨ ਵਾਸਤੇ ਸਾਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਆਪਣੇ ਅੰਦਰ ਝਾਂਕ ਕੇ ਆਪਣਾ ਇਖਲਾਕੀ, ਆਪਣੇ ਵਿਚਾਰਮਕ ਤੌਰ ਦੇ ਉੱਪਰ ਆਪਣਾ ਸਟੱਡੀਜ਼, ਆਪਣੀਆਂ ਜੋ ਅਸੀਂ ਸਿੱਖਿਆ ਸਿੱਖਦੇ ਹਾਂ, ਉਹਨਾਂ ਨੂੰ ਬਹੁਤ ਚੇਂਜ ਕਰਨਾ ਪੈਣਾ ਹੈਗਾ। ਬਿਲਕੁਲ। ਇਸ ਜਿਹੜੀ ਚਰਚਾ ਦਾ ਸਾਡਾ ਮਕਸਦ ਵੀ ਇਹੀ ਹੈ ਵੀ ਜਿਹੜੇ ਇਹ ਬਾਹਰਲੇ ਜਿਨ੍ਹਾਂ ਨੂੰ ਆਪਾਂ ਡਿਵੈਲਪ ਕੰਟਰੀਜ਼ ਕਹਿੰਦੇ ਨੇ, ਜਿੱਥੇ ਉਹ ਜਿਵੇਂ ਉਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਸਿਸਟਮ ਕੰਮ ਕਰਦਾ ਹੈ, ਭਾਰਤ ਦੇ ਪੋਲੀਟੀਕਲ ਸਿਸਟਮ ਜਿਹੜੇ ਭਾਰਤ ਦੇ ਸਿਆਸੀ ਲੋਕ ਨੇ, ਉਹਨਾਂ ਨੂੰ ਇਹਨਾਂ ਤੋਂ ਕੁਝ ਨਾ ਕੁਝ ਸਿੱਖਣ ਦੀ ਜ਼ਰੂਰਤ ਹੈ, ਤਾਂ ਕਿ ਜਿਹੜੇ ਉੱਥੇ ਆਮ ਲੋਕ ਨੇ ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਕੋਈ ਸੁਧਾਰ ਆ ਸਕੇ। ਬਿਲਕੁਲ। ਦੇਖੋ 130 ਕਰੋੜ ਜਨਸੰਖਿਆ ਉੱਥੇ ਦੀ ਹੈ ਜੀ, 3 ਕਰੋੜ ਇੱਥੇ ਦੀ ਹੈ ਨਾ। ਹਾਂਜੀ। ਸੋ 130 ਕਰੋੜ ਤੋਂ ਲੇਕਿਨ ਰਾਜ ਕਿੰਨੇ ਲੋਕ ਕਰ ਰਹੇ ਨੇ? ਸਿਰਫ 500-700 ਹਜ਼ਾਰ, 5,000, 2,000, 3,000, ਦੈਟਸ ਇਟ। ਇਸ ਤੋਂ ਬਾਅਦ ਸਾਰਾ ਕੋਈ ਸਿਸਟਮ ਚਲਾ ਰਹੇ ਨੇ ਜਿਹੜੇ 130 ਕਰੋੜ ਦੇ ਹਿਸਾਬ ਨਾਲ ਜਿੰਨੇ ਕੁ ਰਾਜ ਕਰ ਰਹੇ ਨੇ, ਉਹ ਮੁੱਠੀ ਭਰ ਲੋਕ ਰਾਜ ਕਰ ਰਹੇ ਨੇ। ਮੁੱਠੀ ਤਾਂ ਬਹੁਤ ਵੱਡੀ ਗੱਲ ਤੁਸੀਂ ਕਰ ਰਹੇ ਹੋ, ਉਂਗਲੀਆਂ ਤੇ ਗਿਣ ਲਓ ਤੁਸੀਂ ਉਸ ਚੀਜ਼ ਨੂੰ। ਸੋ ਮੈਂ ਇਹ ਜਦ ਵੀ ਆਪਾਂ ਪ੍ਰੋਗਰਾਮ ਕਰਦੇ ਹਾਂ, ਔਰ ਮੇਰਾ ਇਹ ਪ੍ਰੋਗਰਾਮ ਕਰਨ ਦਾ ਇਹ ਜਿਹੜਾ ਮਕਸਦ ਹੈ, ਉਹ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਤੇ ਇਨ ਬੀਨ ਕਰੀਏ, ਕਿਸੇ ਨੂੰ ਪਿਨ ਪੁਆਇੰਟ ਕਰੀਏ। ਮੈਂ ਸਿਰਫ ਇਹ ਸਭ ਨੂੰ ਇਹ ਗੱਲ ਕਹਿਣਾ ਹੁੰਦਾ, ਜਿਹੜੇ ਵੀ ਦਰਸ਼ਕ ਦਿਖਦੇ ਨੇ, ਜਿੰਨੇ ਵੀ ਦਰਸ਼ਕ ਦਿਖਦੇ ਨੇ, ਔਰ ਕਿ ਐਟਲੀਸਟ ਜਦ ਵੀ ਸਾਡਾ ਪ੍ਰੋਗਰਾਮ ਦੇਖੋ, ਉਸ ਤੋਂ ਬਾਅਦ ਸਿਰਫ 1 ਮਿੰਟ ਵਾਸਤੇ ਜਾਂ 5 ਮਿੰਟ ਵਾਸਤੇ ਆਪਣੇ ਅੰਦਰ ਝਾਂਕ ਕੇ ਜ਼ਰੂਰ ਦੇਖਿਆ ਕਰੋ ਕਿ ਜੇ ਸਾਡੀ ਗੱਲ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ ਟੱਚ ਕਰਦੀ ਹੈ, ਕਿਤੇ ਨਾ ਕਿਤੇ ਤੁਹਾਡੀ ਅੰਤਰਾਤਮਾ ਨੂੰ ਉਹ ਤੁਹਾਨੂੰ ਸੋਚਣ ਤੇ ਮਜਬੂਰ ਕਰਦੀ ਆ, ਤਾਂ ਸਾਡੇ ਪ੍ਰੋਗਰਾਮ ਕਰਨ ਦਾ ਸ਼ਾਇਦ ਸਾਡਾ ਮਕਸਦ ਹੈ ਜਿਹੜਾ ਅਸੀਂ ਉਹ ਕਾਮਯਾਬ ਹੋ ਜਾਂਦੇ ਹਾਂ ਉਸ ਚੀਜ਼ ਦੇ ਵਿੱਚ। ਬਿਲਕੁਲ ਜੀ। ਹਰਕਿਰਤ ਜੀ, ਤੁਹਾਡਾ ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਧੰਨਵਾਦ। ਥੈਂਕ ਯੂ ਜੀ। ਅੱਜ ਦਾ ਸਾਡਾ ਸਟਾਰਟਅਪ ਦਾ ਸਮਾਂ ਤਕਰੀਬਨ ਸਮਾਪਤੀ ਵਾਲਾ ਹੈ। ਤੁਸੀਂ ਇਸ ਵਿਸ਼ੇ ਨੂੰ ਕਿਵੇਂ ਲੈਂਦੇ ਹੋ? ਤੁਸੀਂ ਵੀ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ। ਸਕਰੀਨ ਤੇ ਸਾਡਾ ਈਮੇਲ ਤੇ ਫੋਨ ਨੰਬਰ ਹਮੇਸ਼ਾ ਹੁੰਦਾ ਹੈ। ਤੁਸੀਂ ਜ਼ਰੂਰ ਆਪਣੇ ਵਿਚਾਰ ਸਾਡੇ ਤੱਕ ਪਹੁੰਚਾਇਆ ਕਰੋ। ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।